ਅੱਜ 8th क्लास बेटा ਆਪਾਂ अपना चैप्टर नंबर 6 ਜਿਹੜਾ ਆ वर्ग ਅਤੇ वर्गमूल स्केयर एंड स्केयर रूट वर्ग मीन स्केयर एंड स्केयर रूट चैप्टर ਜਿਹੜਾ ਆ ਉਹ ਸਟਾਰਟ ਕਰਾਂਗੇ। ਸਭ ਤੋਂ ਪਹਿਲਾਂ ਤੁਹਾਨੂੰ वर्ग ਦਾ ਖੇਤਰਫਲ ਜਾਂ ਏਰੀਆ ਆਫ ਸਕੇਅਰ ਪਤਾ ਹੋਣਾ ਚਾਹੀਦਾ। ਉਹ ਹੁੰਦੀ ਸਾਈਡ ਇਨਟੂ ਸਾਈਡ ਏਰੀਆ ਆਫ ਸਕੇयर ਦਾ ਏਰੀਆ ਕੀ ਹੁੰਦਾ, वर्ग इदा ਦਾ ਹੁੰਦਾ बिल्कुल बॉक्स। ਇਹਦੀ ਇੱਕ ਸਾਈਡ ਦਿੱਤੀ ਹੋਈ ਮੰਨ ਲਓ 2 ਯੂਨਿਟ ਆ ਵੀ 2 ਆ। ਇਹਦੀਆਂ ਦੋ ਸਾਈਡਸ ਸਾਰੀਆਂ ਸੇਮ ਹੁੰਦੀਆਂ, ਦੋ ਸਾਈਡ ਨੂੰ ਮਲਟੀਪਲਾਈ ਕਰਕੇ ਇੱਕ वर्ग ਦਾ ਖੇਤਰਫਲ ਬਣ ਜਾਂਦਾ, ਉਹ ਹੁੰਦਾ 4 ਸੈਂਟੀਮੀਟਰ ਸਕੇਅਰ ਏਰੀਆ ਆ ਜਾਂਦਾ। ਇੱਦਾਂ ਹੀ ਹੁਣ ਅਸੀਂ वर्ग ਦੀ ਭੁਜਾ ਦਿੱਤੀ ਹੋਈ, ਜੇ 1 ਆ ਤਾਂ ਖੇਤਰਫਲ ਕਿੰਨਾ ਹੋਊਗਾ, 1 ਨੂੰ 1 ਨਾਲ ਗੁਣਾ 1, 2 ਆ ਤਾਂ 2 ਦੂਣੀ 4, 3 ਆ ਤਾਂ 3 ਤੀਏ 9, 5 ਆ ਤਾਂ 5 5 ਆ 25। ਇੱਦਾਂ ਜੇ ਭੁਜਾ A ਆ ਤਾਂ A ਦੀ ਸਕੇਅਰ ਆ ਜਾਊਗਾ। ਇਹਨਾਂ ਨੇ ਇਹ ਲਿਖਣਾ ਇੱਥੇ ਦੱਸਿਆ ਹੋਇਆ ਕਿ ਜਦੋਂ ਵੀ ਅਸੀਂ वर्ग ਦਾ ਖੇਤਰਫਲ ਕੱਢੀਏ ਉਹਨੂੰ 2 ਵਾਰੀ ਮਲਟੀਪਲਾਈ ਕੀਤਾ, ਅਸੀਂ ਉਹਨੂੰ ਪਾਵਰ ਦੇ ਵਿੱਚ ਵੀ ਲਿਖ ਸਕਦੇ ਹਾਂ। ਜਿੱਦਾਂ ਹੁਣ ਇੱਥੇ 2 ਵਾਰੀ ਮਲਟੀਪਲਾਈ 1 ਦੀ ਪਾਵਰ 2 ਲਿਖ ਸਕਦੇ, ਇੱਥੇ 2 ਨੂੰ 2 ਵਾਰੀ ਆ 2 ਦੀ ਪਾਵਰ 2 ਲਿਖ ਸਕਦੇ। ਠੀਕ ਆ। ਹੁਣ ਅਗਲਾ ਹੈਗਾ ਆ, ਚਲੋ ਮੈਂ ਤੁਹਾਨੂੰ ਸਟਾਰਟਿੰਗ ਇੱਥੋਂ ਕਰਵਾਉਂਦੀ ਹਾਂ ਕਿ ਸਭ ਤੋਂ ਪਹਿਲਾਂ ਇਹਦੇ ਵਿੱਚ ਸਟੈਪ ਇਹੀ ਆ ਕਿ ਅਸੀਂ 20 ਤੱਕ ਸੰਖਿਆਵਾਂ ਦੇ वर्ग ਯਾਦ ਕਰਨੇ ਆ। 1 ਦਾ वर्ग ਜਾਂ 1 ਦਾ ਸਕੁਅਰ वर्ग ਦਾ ਮਤਲਬ ਹੁੰਦਾ 1 ਦੀ ਘਾਤ 2। ਯਾਦ ਰੱਖਣਾ, ਜਦੋਂ वर्ग ਆ ਜਾਵੇ ਉਹਦੀ ਘਾਤ 2 ਕਰਨੀ ਆ। ਜਦੋਂ ਘਾਤ 2 ਆ ਉਹਨੂੰ 2 ਵਾਰੀ ਗੁਣਾ, ਆ ਜਿਹੜਾ ਬੇਸ ਆ ਨਾ ਉਹਦੀ ਪਾਵਰ 2 ਆ ਨਾ, ਇਸ ਬੇਸ ਨੂੰ 2 ਵਾਰੀ ਗੁਣਾ ਕਰਨੀ, 1 1 1। ਇੱਦਾਂ ਹੀ ਸੈਕਿੰਡ 'ਤੇ ਤੁਸੀਂ 2 ਦਾ वर्ग 2 ਦੀ ਪਾਵਰ 2 ਯਾਨੀ 2 ਦੂਣੀ 4। ਇੱਦਾਂ ਹੀ 3 ਦਾ वर्ग, ਬਾਕੀ ਤੁਸੀਂ ਆਪਣੇ ਆਪ ਕਰ ਲੈਣਾ, 3 ਤੀਏ 9। 4 ਦਾ वर्ग 4 ਚੌਕੇ 16। 5 ਦਾ वर्ग 5 5 ਆ 25। 6 ਦਾ वर्ग 6 6 36। 7 ਦਾ वर्ग 7 7 49। 8 ਦਾ वर्ग 8 8 ਆ 64। 9 ਦਾ वर्ग 9 9 81। 10 ਦਾ वर्ग 10 10 ਆ 100। 11 ਦਾ वर्ग ਤੁਹਾਨੂੰ ਯਾਦ ਹੋਣੇ ਚਾਹੀਦੇ ਸਾਰੇ, 11 11 ਆ 121। 12 ਦਾ वर्ग 12 12 ਆ 144। ਇਹਦੇ 169। ਇੱਦਾਂ ਸਾਰੇ वर्ग ਤੁਸੀਂ 20 ਤੱਕ ਬੇਟਾ ਯਾਦ ਕਰ ਲੈਣੇ। 13 ਦਾ वर्ग 13 13 ਆ 169। 14 ਦਾ वर्ग 14 14 ਆ 196 ਆ। ਦੇਖੋ ਯਾਦ ਕਰਨਾ ਕਿੰਨਾ ਸੌਖਾ, ਇਹਦਾ 169 ਇਹਦਾ 196, 9 ਤੇ 6 ਉਲਟ ਗਏ। 15 ਦਾ वर्ग 15 15 ਆ 225। 16 ਦਾ वर्ग 16 16 ਆ। ਜੇ ਮੰਨ ਲਓ ਭੁੱਲ ਜਾਵੇ, ਹੁਣ ਇੱਥੇ ਮੈਨੂੰ ਥੋੜ੍ਹਾ ਡਾਊਟ ਆ, ਅਸੀਂ 16 ਨੂੰ 16 ਨਾਲ ਮਲਟੀਪਲਾਈ ਵੀ ਕਰ ਸਕਦੇ। 6 ਤੇ 9 6 ਤੇ 1 256। ਠੀਕ ਆ। ਇੱਦਾਂ ਹੀ 17 ਦਾ वर्ग ਇੱਕ ਵਾਰ ਤੁਸੀਂ ਮਲਟੀਪਲਾਈ ਕਰਕੇ ਕਰ ਲੈਣਾ, ਫਿਰ ਤੁਸੀਂ ਇਹਨੂੰ ਯਾਦ ਕਰ ਲੈਣਾ। 17 ਨੂੰ 17 ਨਾਲ 299। ਇੱਦਾਂ 18 ਦਾ वर्ग 18 ਗੁਣਾ 18 324। 19 ਦਾ वर्ग ਇਹ ਹੁੰਦਾ 361 ਤੇ 20 ਦਾ वर्ग 20 ਦਾ वर्ग 20 ਗੁਣਾ 20 ਬਰਾਬਰ 400। ਇੱਦਾਂ ਬੱਚੇ 20 ਤੱਕ ਤੁਸੀਂ वर्ग ਯਾਦ ਕਰ ਲੈਣੇ। ਹੁਣ ਤੁਹਾਨੂੰ ਮੈਂ ਇੱਕ ਚੀਜ਼ ਹੋਰ ਸਿਖਾਉਣੀ ਆ, ਜਿਹਦੇ ਪਿੱਛੇ 5 ਲੱਗਾ ਹੋਵੇ। ਜਿੱਦਾਂ 5 15 ਦਾ वर्ग ਕਿੰਨਾ ਹੁੰਦਾ ਹੈ, ਠੀਕ ਆ। 15 ਦਾ ਹੁੰਦਾ ਆ 225, ਇਹ ਅਸੀਂ ਯਾਦ ਕਰ ਲਿਆ। ਜੇ ਆ ਜਾਵੇ 25 ਦਾ वर्ग, ਇੱਥੇ ਤੱਕ ਵੀ ਤੁਸੀਂ ਯਾਦ ਕਰ ਲੈਂਦੇ ਵੀ 625 ਹੁੰਦਾ। ਪਰ ਇਹਨੂੰ ਕਰਨਾ ਕਿੱਦਾਂ ਆ, ਜੇ ਇੱਥੇ 2 ਆ ਨਾ, 2 ਤੋਂ ਅਗਲਾ ਨੰਬਰ ਕੀ ਹੁੰਦਾ 3, 2 ਦੀ 3 ਨਾਲ ਮਲਟੀਪਲਾਈ ਕਰ ਦੇਣਾ 6, ਤਾਂ ਪਿੱਛੇ 5 ਦਾ वर्ग 625। ਇੱਦਾਂ ਜੇ 35 ਦਾ वर्ग ਕਰਨਾ ਹੋਵੇ, 3 ਤੋਂ ਬਾਅਦ 4 ਹੁੰਦਾ, 3 ਚੌਕੇ 12 ਤੇ ਪਿੱਛੇ ਕੀ ਆਣਾ 25। ਇੱਦਾਂ ਹੀ 45 ਦਾ वर्ग 4 ਪੰਜੇ 20 ਤੇ ਨਾਲ 25। ਇੱਦਾਂ ਹੀ 55 ਦਾ वर्ग 5 ਦਾ ਅਗਲੇ ਨਾਲ ਨੰਬਰ 5 ਛਿਕਾ 30 ਤੇ ਨਾਲ 25। ਇੱਦਾਂ ਹੀ 65 ਦਾ वर्ग 6 7 42 ਤੇ 25। ਇੱਦਾਂ ਹੀ ਜੇ ਪਿਛਲਾ 5 ਲਿਖਿਆ ਹੋਵੇ ਨਾ, ਕਿਤੇ ਵੀ ਕੋਈ ਵੀ ਨੰਬਰ ਹੋਵੇ
ਇੱਥੇ 10 ਵੀ ਹੋ ਸਕਦਾ, ਜੇ ਇੱਥੇ 10 ਆ 105 10 ਨੂੰ 11 ਨਾਲ ਮਲਟੀਪਲਾਈ ਕਰ ਦੇਣੀ। ਇਹ ਸ਼ਾਰਟਕਟ ਮੈਥਡ ਹੁੰਦਾ, ਬਿਨਾਂ ਮਲਟੀਪਲਾਈ ਕੀਤੇ ਤੇ ਤੁਸੀਂ ਇਹਦਾ ਜਿਹੜਾ ਵਰਗ ਕੱਢ ਸਕਦੇ ਆ। ਹੁਣ ਇੱਕ ਹੋਰ ਹੁੰਦਾ ਆ ਜ਼ੀਰੋ ਵਾਲੀਆਂ ਸੰਖਿਆਵਾਂ ਦੇ ਵਰਗ, ਉਹ ਵੀ ਬੜੇ ਸੌਖੇ ਹੁੰਦੇ ਆ। ਤੁਸੀਂ ਇੱਕ ਦਾ ਵਰਗ ਕਰਨਾ, ਇੱਕ ਏਕਮ ਇੱਕ, ਜ਼ੀਰੋ ਦਾ ਵਰਗ 2 ਵਾਰੀ ਜ਼ੀਰੋ, ਠੀਕ ਆ। ਜੇ 20 ਦਾ ਵਰਗ ਆ ਜਾਵੇ 2 ਦੂਣੀ 4, 2 ਵਾਰੀ ਜ਼ੀਰੋ। ਜੇ 30 ਦਾ ਵਰਗ ਆ ਜਾਵੇ 3 ਤੀਏ 9 ਨਾਲ 2 ਜ਼ੀਰੋ। ਜੇ 40 ਦਾ ਵਰਗ ਆ ਜਾਵੇ 4 ਚੌਕੇ 16 ਨਾਲ 2 ਜ਼ੀਰੋ। 50 ਦਾ ਵਰਗ ਆ ਗਿਆ 5 5 25 ਨਾਲ 2 ਜ਼ੀਰੋ। ਇੱਦਾਂ ਹੀ 60 ਦਾ ਵਰਗ ਆ ਗਿਆ 6 6 36 ਨਾਲ 2 ਜ਼ੀਰੋ। ਇੱਦਾਂ ਜ਼ੀਰੋ ਵਾਲਿਆਂ ਦੇ ਅਤੇ 5 ਵਾਲਿਆਂ ਦੇ ਇਸ ਈਜ਼ੀ ਮੈਥਡ ਦੇ ਨਾਲ ਤੁਸੀਂ ਕਰ ਲੈਣੇ। ਇੰਨਾ ਕੁ ਤੁਸੀਂ ਕਾਪੀ 'ਤੇ ਵੀ ਆਪਣੀ 'ਤੇ ਲਿਖ ਲੈਣਾ। ਨੈਕਸਟ ਹੁਣ ਇਹਦੇ ਐਕਸਰਸਾਈਜ਼ ਦੇਖਦੇ ਹਾਂ ਜਾਂ ਕੋਈ ਐਗਜ਼ਾਮਪਲ ਹੋਈ ਇੰਪੋਰਟੈਂਟ ਉਹ ਕਰਦੇ ਹਾਂ। ਇਹਦੇ ਵਿੱਚ ਹੈਗਾ ਆ ਮੌਜੂਦ ਪੂਰਨ ਸੰਖਿਆਵਾਂ, ਇਹ ਹੱਲੇ ਰਹਿਣ ਦਿੰਦੇ ਹਾਂ। ਮੈਂ ਤੁਹਾਨੂੰ ਐਕਸਰਸਾਈਜ਼ ਤੋਂ ਹੀ ਸਟਾਰਟ ਕਰਦੀ, ਉਹਦੇ ਵਿੱਚ ਸਾਰਾ ਹੀ ਸਮ ਜਿਹੜੇ ਆ ਉਹ ਕਵਰ ਹੋ ਜਾਣੇ ਆ ਸਾਰਾ ਕੁਛ। ਹਾਂਜੀ 6.1 ਐਕਸਰਸਾਈਜ਼ ਆ। ਇਹਦੇ ਵਿੱਚ ਹੈਗਾ ਹੇਠ ਲਿਖੇ ਵਰਗਾਂ ਦੇ ਇਕਾਈ ਦਾ ਅੰਕ ਕੀ ਹੋਵੇਗਾ। ਜੇ ਇਸ ਰਕਮ ਦਾ ਵਰਗ ਕਰ ਦਈਏ ਯਾਨੀ 81 ਨੂੰ 81 ਨਾਲ ਮਲਟੀਪਲਾਈ ਕਰ ਦਈਏ ਤਾਂ ਇਹਦੇ ਵਿੱਚ ਇਕਾਈ ਦਾ ਅੰਕ ਕੀ ਹੋਵੇਗਾ। ਅਸੀਂ ਕੀ ਕਰਨਾ, ਸਾਰੇ 81 ਨੂੰ 81 ਨਾਲ ਮਲਟੀਪਲਾਈ ਕਰਨ ਦੀ ਸਾਨੂੰ ਲੋੜ ਨਹੀਂ, ਅਸੀਂ ਸਿਰਫ ਇੱਕ ਦਾ ਵਰਗ ਪੁੱਤ ਕਰ ਲੈਣਾ। ਇੱਕ ਦਾ ਵਰਗ ਕਿੰਨਾ ਹੁੰਦਾ 1, ਤਾਂ 1 ਦੇ ਵਿੱਚ ਇਕਾਈ ਦਾ ਅੰਕ 1 ਹੀ ਹੋਊਗਾ, ਬਸ ਇਹਨੇ ਲਿਖ ਦੇਣਾ ਇਕਾਈ ਦਾ ਅੰਕ 1 ਹੋਵੇਗਾ। ਫਿਰ ਇਹਦੇ ਵਿੱਚ ਹੈਗਾ 2 ਆ ਨਾ, ਅਸੀਂ 2 ਦਾ ਵਰਗ ਕਰ ਦੇਣਾ। 2 ਦਾ ਵਰਗ ਕਿੰਨਾ ਹੁੰਦਾ 4, ਇਹਦੇ ਵਿੱਚ ਇਕਾਈ ਦਾ ਅੰਕ 4 ਹੋਵੇਗਾ। ਇਹਦੇ ਵਿੱਚ 9 ਨਾ 81, ਇਹਦੇ ਵਿੱਚ ਇਕਾਈ ਦਾ ਅੰਕ ਕੀ ਹੋਊਗਾ 1। ਇਕਾਈ ਦਾ ਅੰਕ ਮੀਨਸ ਇੱਕੋ ਹੀ ਅੰਕ ਲੈਣਾ, ਠੀਕ ਹੈ, 2 ਅੰਕ ਨਹੀਂ ਲੈਣੇ ਤੁਸੀਂ। 81 ਆ ਗਿਆ 81 ਨਹੀਂ ਲੈ ਲੈਣੇ, ਲਾਸਟ ਵਾਲਾ ਲੈਣਾ। ਇਹਦੇ ਵਿੱਚ 3 ਤੀਏ 9, ਇਕਾਈ ਦਾ ਅੰਕ 9 ਹੋਵੇਗਾ। ਇਹਦੇ ਵਿੱਚ 4 ਚੌਕੇ 16, ਫਿਰ ਇਕਾਈ ਦਾ ਅੰਕ ਕੀ ਹੋਊਗਾ 6, 16 ਨਹੀਂ ਲਿਖਣਾ, 16 ਫਿਰ 2 ਅੰਕ ਹੋ ਗਏ ਨਾ। ਇੱਥੇ 7 7 49, 49 ਵਿੱਚ ਇਕਾਈ ਦਾ ਅੰਕ ਕੀ ਹੋਊਗਾ 9, ਇਹਦੇ ਪੂਰੇ ਨੰਬਰ ਦੇ ਵਿੱਚ ਵੀ ਇਕਾਈ ਦਾ ਅੰਕ, ਇਹਦੇ ਵਰਗ ਵਿੱਚ ਇਕਾਈ ਦਾ ਅੰਕ 9 ਹੋਵੇਗਾ। ਹੁਣ ਜਿਹਦੀ ਮਲਟੀਪਲਾਈ ਕਰਦੇ ਕਿੰਨਾ ਟਾਈਮ ਲੱਗਣਾ ਸੀ, ਇਸ ਕਰਕੇ ਅਸੀਂ ਡਾਇਰੈਕਟ ਹੀ ਕਰ ਲੈਣਾ। ਇੱਥੇ 8 8 64, ਇਕਾਈ ਦਾ ਅੰਕ 4, ਇੱਥੇ 0 ਨੂੰ 0 ਨਾਲ ਮਲਟੀਪਲਾਈ ਕੀਤੀ 0, ਇਕਾਈ ਦਾ ਅੰਕ 0। 6 6 36, ਇਕਾਈ ਦਾ ਅੰਕ 6, 5 5 25, ਇਕਾਈ ਦਾ ਅੰਕ 5। ਹੇਠ ਲਿਖੀਆਂ ਸੰਖਿਆਵਾਂ ਸਪਸ਼ਟ ਰੂਪ ਵਿੱਚ ਪੂਰਨ ਵਰਗ ਨਹੀਂ ਹਨ, ਇਸ ਦਾ ਕਾਰਨ ਦੱਸੋ। ਠੀਕ ਆ ਬੇਟਾ, ਪੂਰਨ ਵਰਗ ਸੰਖਿਆਵਾਂ ਕਿਹੜੀਆਂ ਹੁੰਦੀਆਂ। ਹੁਣ ਮੈਂ ਤੁਹਾਨੂੰ ਕਿਹਾ ਸੀ ਐਗਜ਼ਾਮਪਲ ਰਹਿਣ ਦਿੰਦੇ, ਆਪਾਂ ਸਿੱਧੀ ਐਕਸਰਸਾਈਜ਼ ਕਰਦੇ ਹਾਂ। ਉਹੀ ਸਮ ਉੱਥੇ ਪੁੱਛਿਆ ਸੀ, ਇੱਥੇ ਮੈਂ ਕਰਵਾਉਣ ਲੱਗੀ ਹਾਂ। ਹੁਣ ਪੂਰਨ ਵਰਗ ਸੰਖਿਆਵਾਂ ਕਿਹੜੀਆਂ ਹੁੰਦੀਆਂ, ਅਸੀਂ ਆ ਵਰਗ ਦਾ ਪਹਾੜਾ ਪੜ੍ਹਿਆ, ਠੀਕ ਆ। 1 1 ਦਾ 1, 2 ਦੂਣੀ 4, 3 ਤੀਏ 9, 4 ਚੌਕੇ 16, 5 5 25, 6 6 36, 7 7 49। ਤੁਸੀਂ ਦੇਖੋ 1 4 9 6 5 6 9 4 1 0, ਮਤਲਬ ਇਹ ਆ ਕਿ ਜਿਹਨਾਂ ਪਿੱਛੇ ਉਹੀ ਵਾਰ-ਵਾਰ ਨੰਬਰ ਆ ਰਹੇ 1 4 9 6 5 6 9 4 ਸੇਮ ਨੰਬਰ ਆ ਰਹੇ। ਤੁਸੀਂ ਇਹਨਾਂ ਤੋਂ ਯਾਦ ਕਰਨਾ ਪਹਿਲੇ 10 ਤੋਂ। ਲਾਸਟ ਵਿੱਚ 1 ਹੋਰ 4 9 6 5 6 9 ਦੁਬਾਰਾ ਆ ਗਿਆ, ਨਹੀਂ ਲਿਖਣਾ, 1 0। ਅਸੀਂ ਯਾਦ ਕਰਨਾ 0 1 4 5 6 ਤੇ 9। ਜਿਹਦੇ ਲਾਸਟ ਅੰਕ ਇਕਾਈ ਦਾ ਅੰਕ 0 1 4 5 6 9 ਆ ਜਾਵੇ, ਜੇ ਕਿਸੇ ਦਾ ਇੱਥੇ ਤੁਸੀਂ ਲਿਖਣਾ ਵੀ ਆ, ਜੇ ਕਿਸੇ ਦਾ ਇਕਾਈ ਦਾ ਅੰਕ 0 1 4 5 6 9 ਆ ਜਾਵੇ ਤਾਂ ਫਿਰ ਪੂਰਨ ਵਰਗ ਆ। ਪੂਰਨ ਵਰਗ ਮੀਨਸ ਪਰਫੈਕਟ ਸਕੁਅਰ। ਇਹ ਜਦੋਂ ਅਗਲੀ ਐਕਸਰਸਾਈਜ਼ ਕਰਾਂਗੇ ਨਾ, ਇਹ ਤੁਹਾਨੂੰ ਪੂਰਾ ਕਲੀਅਰ ਹੋ ਜਾਣਾ ਕਿ ਪੂਰਨ ਵਰਗ ਕਿਉਂ ਕਹੀਦਾ ਸੀ। ਪੂਰਨ ਵਰਗ ਉਹ ਹੁੰਦਾ ਜਿਹਦਾ ਵਰਗਮੂਲ ਨਿਕਲ ਜਾਂਦਾ। ਜੇ ਵਰਗਮੂਲ ਅਸੀਂ ਕੀਤਾ ਨਹੀਂ ਆ, ਤੁਸੀਂ ਅਜੇ ਇੰਨਾ ਹੀ ਯਾਦ ਕਰਨਾ, ਜਿਹਦੇ ਲਾਸਟ ਵਿੱਚ 0 1 4 5 6 ਜਾਂ 9 ਆਉਂਦਾ ਹੋਵੇ ਉਹ ਪੂਰਨ ਵਰਗ ਆ। ਪਰ ਇੱਕ ਚੀਜ਼ ਯਾਦ ਰੱਖਣੀ, 0 ਜਿਹੜਾ ਆ ਉਹ ਜੋੜਿਆਂ 'ਚ ਬਣਨਾ ਚਾਹੀਦਾ, ਚਾਹੇ 2 0 ਹੋਣ, ਚਾਹੇ 4 ਹੋਣ, ਚਾਹੇ 6 ਹੋਣ, ਚਾਹੇ 8 ਹੋਣ, ਮਤਲਬ ਜੋੜੇ ਬਣਨੇ ਚਾਹੀਦੇ 0 ਦੇ। ਜੇ 3 0 ਆ ਜਾਂ 1 0 ਆ ਫਿਰ ਨਹੀਂ ਕਹਿਣਾ ਪੂਰਨ ਵਰਗ, ਬਸ 0 'ਚ ਇਹ ਯਾਦ ਰੱਖਣਾ, ਬਾਕੀ ਆ ਨੰਬਰ ਯਾਦ ਰੱਖਣੇ। ਹੁਣ 1 0 5 7 7 ਆ ਗਿਆ, ਇਹ ਪੂਰਨ ਵਰਗ ਨਹੀਂ ਆ, ਕਿਉਂਕਿ ਪੂਰਨ ਵਰਗ ਵਿੱਚ ਪਿੱਛੇ ਕਿਹੜੇ ਅੰਕ ਹੋਣੇ ਚਾਹੀਦੇ 0 0 1 4 5 6 ਤੇ 9 ਹੋਣੇ ਚਾਹੀਦੇ ਆ, ਠੀਕ ਆ। 0 1 4 5 6 ਤੇ 9। ਇੱਥੇ ਇਕਾਈ ਦਾ ਅੰਕ 7 ਹੈ, ਇਸ ਕਰਕੇ ਪੂਰਨ ਵਰਗ ਨਹੀਂ ਹੈ। ਇੱਥੇ ਇਕਾਈ ਦਾ ਅੰਕ 3 ਹੈ, ਇਹ ਪੂਰਨ ਵਰਗ ਨਹੀਂ ਹੈ, ਕਿਉਂਕਿ ਪੂਰਨ ਵਰਗ ਵਿੱਚ ਇਕਾਈ ਦੇ ਅੰਕ 0 1 4 5 6 ਜਾਂ 9 ਇਹਨਾਂ 'ਚੋਂ ਇੱਕ ਅੰਕ ਹੋਣਾ ਚਾਹੀਦਾ ਸੀ।
ਇੱਥੇ ਇਕਾਈ ਦਾ ਅੰਕ 8 ਹੈ, ਇਸ ਕਰਕੇ ਇਹ ਵੀ ਪੂਰਨ ਵਰਗ ਨਹੀਂ ਹੈ। ਇੱਥੇ ਇਕਾਈ ਦਾ ਅੰਕ 2 ਹੈ, ਇਹ ਵੀ ਪੂਰਨ ਵਰਗ ਨਹੀਂ ਹੈ। ਇੱਥੇ 0 ਆ, ਪੂਰਨ ਵਰਗ ਹੋ ਸਕਦਾ, ਪਰ 0 ਮੈਂ ਤੁਹਾਨੂੰ ਦੱਸਿਆ ਜੋੜਿਆਂ 'ਚ ਹੋਣੀਆਂ ਚਾਹੀਦੀਆਂ। ਇੱਥੇ ਦੇਖੋ 3 0 ਆ, ਇਸ ਕਰਕੇ ਇਹ ਵੀ ਪੂਰਨ ਵਰਗ ਨਹੀਂ ਹੈ, ਕਿਉਂਕਿ 0 ਜਿਹੜੀ ਆ ਜੋੜੇ 'ਚ ਹੋਣੀ ਚਾਹੀਦੀ, ਜਾਂ 2 ਜਾਂ 4 ਜਾਂ 6 ਹੋਣੇ ਚਾਹੀਦੇ ਸੀ। ਇੱਥੇ 2 ਆ, ਇੱਥੇ ਦੇਖੋ 0 1 4 5 6 9 ਹੋਣਾ ਚਾਹੀਦਾ ਸੀ, ਇਸ ਕਰਕੇ ਇਹ ਵੀ ਪੂਰਨ ਵਰਗ ਨਹੀਂ ਆ। ਇੱਥੇ 0 ਆ, ਇਹ ਹੋ ਸਕਦਾ, ਪਰ 0 ਜਿਹੜੀਆਂ 3 ਆ ਜਾਂ 2 ਜਾਂ 4 ਹੁੰਦੀਆਂ ਫਿਰ ਪੂਰਨ ਵਰਗ ਹੋਣਾ ਸੀ, ਇਸ ਕਰਕੇ ਇਹ ਵੀ ਪੂਰਨ ਵਰਗ ਨਹੀਂ ਆ। ਇੱਥੇ 0 ਆ, ਹੋ ਸਕਦਾ ਸੀ, ਪਰ 0 ਸਿੰਗਲ ਆ, ਡਬਲ ਹੋਣੀ ਚਾਹੀਦੀ ਸੀ, ਫਿਰ ਇੱਥੇ ਪੂਰਨ ਵਰਗ ਬਣਨਾ ਸੀ। ਅੱਛਾ, ਇਹਨਾਂ ਤੁਹਾਨੂੰ ਸਮਝ ਆ ਗਿਆ ਹੋਣਾ। ਹੁਣ ਅਗਲਾ ਹੈਗਾ ਆ ਕਿ ਹੇਠ ਲਿਖੀਆਂ ਵਿੱਚੋਂ ਕਿਸ ਸੰਖਿਆ ਦਾ ਵਰਗ ਟਾਂਕ ਸੰਖਿਆ ਹੋਵੇਗੀ। ਇਹ ਜਿਹੜੀ ਪਹਿਲੀ ਐਕਸਰਸਾਈਜ਼ ਆ, ਇਹਦੇ ਵਿੱਚ ਜ਼ਿਆਦਾ ਲਿਖਣ ਵਾਲਾ ਨਹੀਂ ਸੀ, ਇਸ ਕਰਕੇ ਮੈਂ ਬੁੱਕ ਤੋਂ ਹੀ ਤੁਹਾਨੂੰ ਕਰਵਾਈ ਜਾਂਦੀ ਹਾਂ। ਤੁਸੀਂ ਬੁੱਕ ਤੋਂ ਹੀ ਸਮਝ ਕੇ ਆਪਣੇ ਆਪ ਸਵਾਲ ਕਰਨੇ ਆ। ਟਾਂਕ ਸੰਖਿਆਵਾਂ ਤੇ ਜਿਸਤ ਕਿਹੜੀਆਂ ਹੁੰਦੀਆਂ? ਟਾਂਕ ਉਹ ਹੁੰਦੀਆਂ ਜਿਹਦੇ ਪਿੱਛੇ 1 3 5 7 ਜਾਂ 9 ਲੱਗਾ ਹੋਵੇ, ਆਹ ਅੰਕ ਲੱਗੇ ਹੁੰਦੇ ਆ। ਜਿਸਤ ਜਿਹੜੀਆਂ 2 ਦੇ ਪਹਾੜੇ ਤੇ ਜਾਂਦੀਆਂ, ਜਿੱਦਾਂ 2 4 6 8 10। ਤੁਸੀਂ ਯਾਦ ਰੱਖਣਾ ਕਿ ਜਿਹਦੇ ਪਿੱਛੇ 0 2 4 6 8 ਹੋਵੇ ਜਿਸਤ ਆ, ਜਿਹਦੇ ਪਿੱਛੇ ਨਾ ਹੋਣ ਉਹ ਟਾਂਕ ਆ। ਠੀਕ ਆ, ਇਹਦੇ ਵਿੱਚ ਟਾਂਕ ਸੰਖਿਆਵਾਂ ਕਿਹਦਾ ਵਰਗ, ਕਿਸ ਸੰਖਿਆ ਦਾ ਵਰਗ, ਪਹਿਲਾਂ ਵਰਗ ਕਰਨਾ, ਉਹ ਦੱਸਣਾ ਕਿ ਟਾਂਕ ਹੋਵੇਗਾ। ਵੈਸੇ ਤਾਂ ਵਰਗ ਕਰਨ ਲਈ 431 ਨੂੰ 431 ਨਾਲ ਮਲਟੀਪਲਾਈ ਕਰਨੀ ਸੀ, ਪਰ ਆਪਾਂ ਇਦਾਂ ਨਹੀਂ ਕਰਨਾ, ਅਸੀਂ ਸਿਰਫ ਇਕਾਈ ਦਾ ਅੰਕ ਲੈ ਲੈਣਾ। 1 ਲੈ ਲਿਆ, 1 ਦਾ ਵਰਗ ਕਰ ਲੈਣਾ, 1 1 1। ਹੁਣ ਇਹ ਟਾਂਕ ਆ ਕਿ ਜਿਸਤ ਆ? ਟਾਂਕ ਆ ਨਾ, 1 ਦੇਖੋ ਉੱਪਰ ਕੀਤਾ, 1 ਟਾਂਕ ਸੰਖਿਆ। ਇੱਦਾਂ ਹੀ 6 ਦਾ ਵਰਗ ਕਰ ਲੈਣਾ, 6 ਦਾ ਵਰਗ ਕਿੰਨਾ ਆ ਜਾਣਾ? 6 6 36। ਹੁਣ ਆ ਕੀ 6 ਕੀ ਆ? ਜਿਸਤ, ਇਹਦਾ ਜਿਹੜਾ ਵਰਗ ਆ ਉਹ ਜਿਸਤ ਹੋਵੇਗਾ। ਇੱਦਾਂ ਹੀ 9 ਦਾ ਵਰਗ, 9 9 81। 1 ਕੀ ਆ? ਟਾਂਕ ਸੰਖਿਆ, ਲਾਸਟ ਵਾਲਾ ਅੰਕ ਦਿਖਣਾ ਹੁੰਦਾ, ਇਸ ਕਰਕੇ ਇਹਦਾ ਵਰਗ ਵੀ ਟਾਂਕ ਹੋਊਗਾ। ਇੱਦਾਂ ਹੀ 4 ਦਾ ਵਰਗ, 4 ਚੌਕੇ 16, 16 ਦੇ ਪਿੱਛੇ 6 ਆ, ਇਹ ਕਿਹੜੀ ਸੰਖਿਆ? ਜਿਸਤ, ਇਸ ਕਰਕੇ 82004 ਜਿਹੜਾ ਵਰਗ ਆ ਉਹ ਜਿਸਤ ਸੰਖਿਆ ਹੋਵੇਗਾ। ਨੈਕਸਟ ਬੇਟਾ ਹੈਗਾ ਪੈਟਰਨ ਪੂਰਾ ਕਰਨਾ। 11 ਦਾ ਸਕੇਅਰ 121, 101 ਦਾ ਸਕੇਅਰ ਆ ਦੇਖੋ 10201। ਇਹ 'ਚ ਕਿੱਦਾਂ ਕੀਤਾ ਹੋਇਆ? ਜੇ 0 1 ਆ ਤਾਂ 1 0 ਆ ਵਿੱਚ ਆ ਗਏ ਨਾ, 1 0 ਫਿਰ 2 0 1, ਫਿਰ ਉਲਟਾ ਚੱਲ ਗਏ 1 0 0 1, ਇੱਥੇ 2 0 ਪਾ ਦੇਣੀ, 1 0 0 2 0 0 1। ਹੁਣ 1 1 2 3 4 0 ਆ ਨਾ, 1 ਤੋਂ ਬਾਅਦ 4 0, 1 2 3 4 0, ਫਿਰ 2, ਫਿਰ 1 2 3 4 0, ਫਿਰ 1। ਇੱਥੇ ਦੇਖ ਲਓ ਕਿੰਨੀਆਂ 0, 1 2 3 4 5 6 0, 1 ਤੋਂ ਬਾਅਦ 6 0, ਫਿਰ 2, ਫਿਰ 6 0, ਫਿਰ ਲਾਸਟ ਵਿੱਚ 3 4 5 6, ਲਾਸਟ ਵਿੱਚ 1 ਆਣਾ। ਇੱਦਾਂ ਦੇਖ ਕੇ ਪੈਟਰਨ ਨੂੰ ਪੂਰਾ ਕਰਨਾ ਹੁੰਦਾ। ਇੱਦਾਂ ਹੋਰ ਵੀ ਕੋਈ ਸਵਾਲ ਪਾ ਸਕਦੇ ਆ, 1 ਤੋਂ ਬਾਅਦ 10 0 ਆ, ਫਿਰ 1 ਆ, ਉਹਦਾ ਸਕੇਅਰ ਕਿੰਨਾ ਹੋਊਗਾ, ਇੱਦਾਂ ਤੁਸੀਂ ਸਕੇਅਰ ਕੱਢਣੇ ਸਿੱਖ ਸਕਦੇ ਆ। ਨੈਕਸਟ ਪੈਟਰਨ ਆਪਣਾ 11 ਦਾ ਵਰਗ। ਠੀਕ ਆ, ਆ ਦੇਖੋ ਇਹ ਉਹੀ ਉਹਦੇ ਨਾਲ ਦਾ ਇੱਕ ਤਰ੍ਹਾਂ ਦਾ, ਕਿਸੇ ਬੱਚੇ ਨੇ ਗਲਤ ਲਿਖਿਆ ਹੋਇਆ, 121 ਆ ਗਿਆ, 101 ਆ। ਠੀਕ ਆ, 1 0 2 0 1। ਜੇ 101 0 1 ਆ, 1 0 2 0 3 0 2 0 1। ਠੀਕ ਆ, ਇੱਥੇ ਆ ਨਾ 1 0 1 0 1 0 1। ਠੀਕ ਆ, ਇਹਦੇ ਵੱਲ ਦੇਖ ਕੇ ਤੁਸੀਂ ਪੈਟਰਨ ਨੂੰ ਕੰਪਲੀਟ ਕਰਨਾ ਆ। ਪਹਿਲੇ ਸੀਗਾ 10 20 30 20 1। ਠੀਕ ਆ, 10 10 1 ਸੀਗਾ। ਠੀਕ ਆ ਨਾ, 10 10 10 20 30। ਠੀਕ ਆ, ਫਿਰ 20, ਪਹਿਲਾਂ 10 ਆ, ਫਿਰ 20 ਆ, ਫਿਰ 30 ਆ, ਫਿਰ 20 ਤੇ ਚਲਾ ਗਿਆ, ਫਿਰ 1 ਆ ਜਾਣਾ। ਇੱਦਾਂ 10 20 30 10 20 30, ਇੱਥੇ 2 10 10 ਸੀਗੇ, ਇੱਥੇ 30 ਤੱਕ ਚਲਾ ਗਿਆ, ਇੱਥੇ ਹੈਗੇ 3 10, ਇਹਦਾ ਮਤਲਬ ਇੱਥੇ 40 ਜਾਊਗਾ, 10 20 30 40, 10 20 30 40, ਫਿਰ ਉਲਟਾ ਚੱਲ ਜਾਣਾ 30 20 ਤਾਂ 1। ਠੀਕ ਆ, ਹੁਣ ਇਹਦੇ ਵਿੱਚ ਹੈਗੇ 10 20 30 40 50, ਇਹਦਾ ਮਤਲਬ ਇੱਥੇ 10 10 3 ਵਾਰੀ ਸੀ ਤਾਂ 40 ਤੱਕ ਗਿਆ, ਇੱਥੇ 10 20 30 40 50 ਆ, ਇੱਕ ਘੱਟ ਵਾਰੀ ਜਾਣਾ, ਇਹਦਾ ਮਤਲਬ ਇੱਥੇ ਕਿੰਨੇ ਵਾਰੀ 10 ਆਣੇ ਆ, 10 2 3 4 ਵਾਰੀ 10 ਤੇ ਨਾਲ 1, ਉਹਦਾ ਸਕੇਅਰ ਪੈਣਾ, ਤੇ ਫਿਰ ਇਹਦੇ ਨਾਲ ਇਦਾਂ ਨਿਕਲ ਜਾਊਗਾ। ਇਹ ਪੈਟਰਨ ਸਿਰਫ ਦੇਖ ਕੇ ਹੀ ਆਉਂਦੇ ਹੁੰਦੇ ਆ, ਇਹਨੂੰ ਕੋਈ ਜ਼ਿਆਦਾ ਡਿਟੇਲ 'ਚ ਸਮਝਾਉਣ ਦੀ ਲੋੜ ਨਹੀਂ, ਬੱਚਿਆਂ ਦੇ ਆਪਣੇ ਆਪ ਹੀ ਦਿਮਾਗ 'ਚ ਆ ਜਾਂਦੇ ਹੁੰਦੇ, ਈਜ਼ੀ ਹੁੰਦੇ ਆ। ਹੁਣ ਇੱਥੇ ਹੈਗਾ 1 ਦਾ ਸਕੇਅਰ 2 ਦਾ ਸਕੇਅਰ ਤੇ 2 ਦਾ ਸਕੇਅਰ, ਆਨਸਰ ਆਇਆ 3 ਦਾ ਸਕੇਅਰ, 2 ਦਾ 3 ਦਾ 6 ਦਾ 7 ਦਾ ਸਕੇਅਰ,
3 4 12 13 का स्केयर। देखो कितना ईजी है, इत्थे 2 का स्केयर, इत्थे 3 का आ गया, 6 है तो 7 आ गया, 12 तो 13 आ गया, इत्थे 21 है ना, इत्थे की होगा 20 का स्केयर। इत्थे 5 आ, इत्थे देखो 1 2 3 4 5 6, 2 3 4 5 6 7, ठीक है। जे इत्थे 5 आ तो इत्थों अगला नंबर 6, इत्थे 30, इत्थे 31, 6 है तो 7 आऊगा, इत्थे 43 है तो इत्थे कितना आऊगा 42। बस पैटर्न देख के ही समझ आ जाता हुंदा। अगे आ भी ये भी एक तरह का पैटर्न ही आ, टांक संख्यावां का जोड़ पता करना। ये किन्नियां टांक संख्यावां 1 2 3 4 5 आ, 5 टांक संख्यावां। तुसी की करना इदां ना लिखियो, 5 का वर्ग कर लो। जिन्नियां टांक संख्यावां उन्हां दा जोड़ किन्ना होगा, जिन्नियां टांक आ उहदा वर्ग कर लेना, 5 5 आ 25। तुसी जोड़ के भी देख सकते, 9 1 10 17 22 ते 3 25, इदां जोड़ के देख सकते। अगे किन्नियां टांक संख्यावां 1 2 3 4 5 6 7 8 9 10, इहदा मतलब इत्थे 10 का वर्ग आऊगा, की हो जाना 10 गुना 10 100। अगे किन्नियां टांक संख्यावां 1 2 3 4 5 6 7 8 9 10 11 12, इत्थे की हो जाना 12 का स्क्वायर, 12 12 144। ये भी एक तरह का पैटर्न ही सीगा, जदों टांक संख्यावां का जोड़ पता करना हो, लगातार टांक संख्यावां होण 1 3 5 7 9 11 13 15 17 इदां लगातार होण, एक एक छड्ड के, तो फिर उन्हां दा जोड़ किद्दां करीदा, जिन्नियां टांक संख्यावां वो लिख लैणियां, उन्हां दे उत्ते पावर 2 लिख देनी है, ठीक है। उहदे अकॉर्डिंगली हुण उहदा उल्ट सम आ, उहदा उल्ट सम की आ कि 49 नूं 7 टांक संख्यावां दे रूप विच लिखो। असीं 49 नूं खोल के लिखना, किद्दां लिख सकदे 1 3 5 7 9 11 13, 7 होनियां चाहिए, 1 2 3 4 5 6 7, इहदा जोड़फल कितना आऊगा 49 आऊगा, ठीक है। 121 नूं 11 टांक संख्यावां दे रूप विच लिखो, इह 11 टांक लिखने 1 3 5 7 9 11 13 15 17 19 21 ते 23, 1 2 3 4 5 6 7 8 9 10 11, ये तो 12 हो गए ना, 11 लिखने से 21 तक जाना सी, ठीक है। 21 तक जोड़ के जे सारियां रकमां जोड़ांगे आंसर कितना आऊगा 121 आऊगा, ठीक है। हुण अगला सवाल जिहड़ा वो थोड़ा कड्ढण वाला आ, 12 ਅਤੇ 13 ਦੇ वर्गां दे विच किन्नियां संख्यावां होणगीਆਂ। मोस्ट इंपॉर्टेंट क्वेश्चन आ बेटा, 9th क्वेश्चन बहुत इंपॉर्टेंट आ, ਇਹਦੇ ਵਿੱਚੋਂ भी हमेशा सवाल आंदा। मैं कोई कह नहीं सकती ਇਹਦੇ ਵਿੱਚੋਂ ਕਿਹੜਾ सवाल नहीं आना, सारे ही इंपॉर्टेंट आ, ਇਹਦੇ ਵਿੱਚੋਂ भी आ ਜਾਂਦਾ, ਇਹ भी आ सकदा, ਇਹ भी आ सकदा, ਇਹ ਤਾਂ बहुत ਵਾਰੀ ਆਉਂਦਾ ਹੈ। 9ਵਾਂ सवाल, 9ਵੇਂ ਦਾ 12 ਅਤੇ 13 ਦੇ ਵਿਚਕਾਰ ਕਿੰਨੀਆਂ वर्गां दे विचकार किन्नियां संख्यावां होणगीਆਂ, ठीक है। 12 का वर्ग कर लेना, 12 12 144, 13 का वर्ग कर लेना, 13 13 169, ठीक है बेटा। पहला तुसी 12 का वर्ग कर लिया, फिर 13 का वर्ग कर लिया, वड्डी विचों छोटी रकम माइनस कर देनी, 9 चों 4 गए 5, 6 चों 4 गए 2, दोनों नूं माइनस करके बेटा अपने कोल आ गया 25। असी ये नहीं कहना भी 25 संख्यावां होणगीਆਂ, क्योंकि ਇਹਦੇ ਵਿੱਚ 144 169 ਦੇ ਵਿਚਕਾਰ ਚਾਹੀਦੀਆਂ ਇੱਕ ਰਕਮ ਹੋਰ ਘਟਾਣੀ ਪੈਣੀ, क्योंकि आ नहीं ना गिनना 169, 25 ਚ ਇੱਕ ਗਏ 24। ਤੁਸੀਂ ਕੀ ਕਰਨਾ, ਦੋਨਾਂ ਦੇ ਵਰਗ ਕਰ ਲੈਣੇ, ਉਹਨਾਂ ਨੂੰ ਮਾਈਨਸ ਕਰਨ ਤੋਂ ਬਾਅਦ ਇੱਕ ਘਟਾ ਦੇਣਾ, ਕਿੰਨੀਆਂ ਸੰਖਿਆਵਾਂ ਹੋਣਗੀਆਂ 24। ਨੈਕਸਟ हैगा 25 ਅਤੇ 26 ਦੇ ਵਰਗ ਵਿੱਚ, 25 25 ਆ 625, ਇਹਦੇ 26 ਦਾ ਵਰਗ ਕਰ ਲੈਣਾ, ਠੀਕ ਹੈ। 26 ਦਾ ਵਰਗ ਕਰਨ ਦੇ ਲਈ ਅਸੀਂ 26 ਨੂੰ 26 ਦੇ ਨਾਲ ਗੁਣਾ ਕਰ ਦੇਣੀ, 6 ਛਿੱਕਿਆ 36, 3 ਹੰਸਲ, 6 ਦੂਣੀ 12 ਤੇ 3 15, ਇੱਦਾਂ ਹੀ 2 ਦਾ ਪਾੜਾ, 2 ਛਿੱਕੇ 12, 2 ਛਿੱਕੇ 12, 1 ਹੰਸਲ, 2 ਦੂਣੀ 4 ਤੇ 1 5, 6 7 6 676। ਹੁਣ ਵੱਡੀ ਆ ਇਹਦੇ ਵਿੱਚੋਂ 625 ਮਾਈਨਸ ਕਰ ਦਿਓ, ਜਿੰਨਾ ਆਂਸਰ ਆਊਗਾ ਉਹਦੇ ਵਿੱਚੋਂ ਇੱਕ ਹੋਰ ਘਟਾਣਾ, 6 ਚੋਂ 5 ਗਏ 1, 7 ਚੋਂ 2 ਗਏ 5, ਇਹ 'ਚੋਂ ਇੱਕ ਹੋਰ ਘਟਾ ਦਿਓ, ਕਿੰਨੀਆਂ ਸੰਖਿਆਵਾਂ ਹੋਣਗੀਆਂ 50। ਨੈਕਸਟ ਹੈਗਾ ਥਰਡ ਪਾਰਟ, 99 ਦਾ ਵਰਗ ਤੇ 100 ਦਾ ਵਰਗ। 99 ਦਾ ਵਰਗ ਕਰਨ ਲਈ ਅਸੀਂ 99 ਨੂੰ 99 ਨਾਲ ਗੁਣਾ ਕਰ ਦੇਣੀ, 9 ਨਾਲ 81, 81 82 ਤੇ 84 85 86 87 88 99 891, ਇੱਥੇ ਵੀ ਸੇਮ ਹੀ ਆਣਾ, ਠੀਕ ਹੈ। 1 0
9801 आ गया। कितना आ गया? 9801। 100 ਦਾ 100 ਨਾਲ ਕੀਤੀ, 1 ਦਾ 1 ਆ ਜਾਣਾ, 2 ਜ਼ੀਰੋ ਨੇ ਕਿੰਨੀਆਂ ਬਣ ਜਾਣਗੀਆਂ? 4 ਜ਼ੀਰੋ। ਹੁਣ ਆਪਾਂ ਘਟਾ ਲੈਣਾ, 1 2 3 4 ਜ਼ੀਰੋ 9801। ਜਦੋਂ ਮਾਈਨਸ ਕਰੀ ਦੀ ਇੱਥੇ ਆਣਾ 10, ਬਾਕੀ ਜਿੰਨੀਆਂ ਜ਼ੀਰੋ ਸਾਰੇ 9 ਆਣੇ, ਜਿੰਨੀਆਂ ਜ਼ੀਰੋ ਸਾਰੇ 9, ਇਹ ਸਾਰਿਆਂ ਨੇ ਹਿੱਸਾ ਲਿਆ ਇਸ 1 ਵਿੱਚੋਂ, ਇਸ ਕਰਕੇ ਇਹਦੇ ਕੋਲ 0 ਰਹਿ ਗਿਆ। 10 'ਚੋਂ 1 ਗਏ 9, 9 9 'ਚੋਂ 8 ਗਏ 1, 9 'ਚੋਂ 9 ਕੱਢੇ 0। ਠੀਕ ਹੈ, -1 ਕਰ ਲੈਣਾ। ਕਿੰਨੀਆਂ ਸੰਖਿਆਵਾਂ ਹੋਣਗੀਆਂ? 198।